ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਸੁਖਦੀਪ ਕੌਰ ਸੰਧੂ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਏਸਟੇਟ ਦੀ ਦੁਨੀਆ ਦੇ ਵਿੱਚ ਮੰਨਿਆ ਪਰਮੰਨਿਆ ਨਾਮ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। 에ਅਰ ਕੈਨੇਡਾ ਅਮਰੀਕਾ ਨੂੰ ਦੇਗਾ 4.5 ਮਿਲੀਅਨ ਅਮਰੀਕੀ ਡਾਲਰ। ਕੁਆਂਟਸ ਦੀ ਮੈਲਬੌਰਨ ਦਿੱਲੀ ਸਿੱਧੀ ਉਡਾਨ 22 ਦਸੰਬਰ ਤੋਂ। ਕ੍ਰਿਸਮਸ ਟ੍ਰੀ ਅਤੇ ਫਰੈਂਡਸ ਗਿਵਿੰਗ ਜਸ਼ਨਾਂ ਦੇ ਨਾਲ ਵਾਈਟ ਹਾਊਸ ਦੇ ਵਿੱਚ ਛੁੱਟੀਆਂ ਦਾ ਸੀਜ਼ਨ ਸ਼ੁਰੂ। ਬਾਈਡਨ ਨੇ ਜੈਰੋਮ ਪਵੇਲ ਨੂੰ ਫੈਡਰਲ ਰਿਜ਼ਰਵ ਦੇ ਦੂਜੇ ਕਾਰਜਕਾਲ ਦੇ ਲਈ ਕੀਤਾ ਨਾਮਜ਼ਦ। ਅਮਰੀਕਾ ਆਉਣ ਵਾਲੇ ਲੋਕਾਂ ਦੇ ਲਈ ਲਾਜ਼ਮੀ ਹੋਵੇਗਾ ਟੀਕਾਕਰਨ। ਅਮਰੀਕਾ ਦੇ ਵਿੱਚ ਉੱਤਰਾਖੰਡ ਦੀ ਮੁਟਿਆਰ ਨੇ ਭਾਰਤੀਆਂ ਦਾ ਕੀਤਾ ਨਾਮ ਰੌਸ਼ਨ। ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣਾ ਭਾਰਤੀ ਵਿਦਿਆਰਥੀਆਂ ਦੀ ਅੱਜ ਵੀ ਪਹਿਲੀ ਪਸੰਦ। ਕੈਨੇਡਾ ਦੇ ਵਿੱਚ ਭਾਰਤੀ ਮੂਲ ਦੀ ਮਹਿਲਾ ਦੀ ਖੁੱਲੀ ਕਿਸਮਤ। ਸੁਖਪਾਲ ਖਹਿਰਾ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਈਡੀ ਨੂੰ ਜਾਰੀ ਕੀਤਾ ਨੋਟਿਸ। ਹੁਣ ਖਬਰਾਂ ਵਿਸਥਾਰ ਦੇ ਨਾਲ। ਕੋਰੋਨਾ ਮਹਾਮਾਰੀ ਦੇ ਚੱਲਦਿਆਂ 2020 ਦੇ ਵਿੱਚ 에ਅਰ ਕੈਨੇਡਾ ਦੀਆਂ ਕਈ ਅਮਰੀਕੀ ਉਡਾਣਾਂ ਰੱਦ ਹੋ ਗਈਆਂ ਸਨ। ਇਸ ਦੇ ਮਗਰੋਂ 에ਅਰ ਕੈਨੇਡਾ ਯਾਤਰੀਆਂ ਨੂੰ ਰੱਦ ਹੋਈਆਂ ਉਡਾਣਾਂ ਦੇ ਟਿਕਟਾਂ ਦੇ ਪੈਸੇ ਵੀ ਰੀਫੰਡ ਕਰਨ ਦੇ ਵਿੱਚ ਅਸਫਲ ਰਿਹਾ ਹੈ, ਜਿਸ ਦੇ ਉੱਪਰ ਉਸ ਨੂੰ ਕਾਨੂੰਨੀ ਅੜਚਣਾਂ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਹੁਣ ਜਾ ਕੇ 에ਅਰ ਕੈਨੇਡਾ ਇਸ ਮਾਮਲੇ ਦੇ ਵਿੱਚ ਅਮਰੀਕਾ ਨੂੰ 4.5 ਮਿਲੀਅਨ ਅਮਰੀਕੀ ਡਾਲਰ ਦੇਣ ਦੇ ਲਈ ਰਾਜੀ ਹੋ ਗਿਆ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਕਿਹਾ ਹੈ ਕਿ 에ਅਰ ਕੈਨੇਡਾ ਦੇ ਨਾਲ ਹੋਇਆ ਇਹ ਸਮਝੌਤਾ ਉਸ ਕਾਨੂੰਨੀ ਕਾਰਵਾਈ ਨੂੰ ਹੱਲ ਕਰੇਗਾ ਜਿਹੜੀ ਅਮਰੀਕਾ ਦੀ ਐਵੀਏਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ ਨੇ ਇਸ ਕੰਪਨੀ ਦੇ ਵਿਰੁੱਧ ਸ਼ੁਰੂ ਕੀਤੀ ਸੀ। ਦੱਸ ਦਈਏ ਕਿ ਅਮਰੀਕਾ ਦੀ ਐਵੀਏਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ ਨੇ ਰੱਦ ਹੋਈਆਂ ਉਡਾਣਾਂ ਦੀ ਟਿਕਟਾਂ ਦੇ ਪੈਸੇ ਯਾਤਰੀਆਂ ਨੂੰ ਰਿਫੰਡ ਨਾ ਕਰਨ ਤੇ 에ਅਰ ਕੈਨੇਡਾ ਵਿਰੁੱਧ ਕਾਨੂੰਨੀ ਕਾਰਵਾਈ ਵੀ ਵਿੱਢ ਦਿੱਤੀ ਸੀ। ਪਰ 에ਅਰ ਕੈਨੇਡਾ ਦੇ ਨਾਲ ਹੋਏ ਤਾਜ਼ਾ ਸਮਝੌਤੇ ਦੇ ਮਗਰੋਂ ਹੁਣ ਅਮਰੀਕੀ ਏਜੰਸੀ ਦੇ ਵੱਲੋਂ ਕੀਤੇ ਗਏ ਮੁਕੱਦਮੇ ਦਾ ਹੱਲ ਨਿਕਲ ਆਏਗਾ। ਦੱਸ ਦਈਏ ਕਿ 에ਅਰ ਕੈਨੇਡਾ ਨੇ ਯਾਤਰੀਆਂ ਨੂੰ ਰੱਦ ਹੋਈਆਂ ਉਡਾਣਾਂ ਦੀ ਟਿਕਟਾਂ ਦੇ ਪੈਸੇ ਵਾਪਸ ਕਰਨ ਦੇ ਵਿੱਚ ਦੇਰੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਅਮਰੀਕਾ ਦੀ ਹਵਾਈ ਖਪਤਕਾਰ ਸੁਰੱਖਿਆ ਏਜੰਸੀ ਨੇ ਜੁਰਮਾਨੇ ਦੇ ਵਜੋਂ 에ਅਰ ਕੈਨੇਡਾ ਨੂੰ 25.5 ਮਿਲੀਅਨ ਅਮਰੀਕੀ ਡਾਲਰ ਅਦਾ ਕਰਨ ਦੇ ਲਈ ਕਿਹਾ ਹੈ। ਆਸਟ੍ਰੇਲੀਆਈ 에ਅਰਲਾਈਨ ਕੁਆਂਟਸ ਨੇ ਆਪਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੈਲਬੌਰਨ ਦਿੱਲੀ ਉਡਾਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੇ ਵਿੱਚ ਵੱਡੀ ਢਿੱਲ ਮਿਲਣ ਮਗਰੋਂ ਆਵਾਜਾਈ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਕਾਰਨ ਨਵੇਂ ਸਿੱਧੇ ਰੂਟ ਸ਼ੁਰੂ ਕੀਤੇ ਜਾ ਰਹੇ ਨੇ। ਕੁਆਂਟਸ ਦੀ 22 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਉਡਾਨ ਸ਼ੁਰੂਆਤ ਦੇ ਵਿੱਚ ਵਾਇਆ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਹੋ ਕੇ ਸਿੱਧੀ ਦਿੱਲੀ ਆਏਗੀ ਅਤੇ ਵਾਪਸੀ ਸਿੱਧੀ ਦਿੱਲੀ ਤੋਂ ਮੈਲਬੌਰਨ ਜਾਏਗੀ। ਇਹ ਫਲਾਈਟ ਹਫਤੇ ਦੇ ਵਿੱਚ 4 ਦਿਨ ਚੱਲੇਗੀ। ਇਸੇ ਤਰ੍ਹਾਂ 6 ਦਸੰਬਰ ਤੋਂ ਸਿਡਨੀ ਤੋਂ ਦਿੱਲੀ ਵਾਇਆ ਡਾਰਵਿਨ ਦਾ ਰੂਟ ਐਲਾਨਿਆ ਗਿਆ ਹੈ। ਹੁਣ ਤੱਕ 에ਅਰ ਇੰਡੀਆ ਹੀ ਆਸਟ੍ਰੇਲੀਆ ਤੋਂ ਸਿੱਧੀ ਭਾਰਤ ਦੇ ਲਈ ਉਡਾਨ ਚਲਾ ਰਹੀ ਸੀ। ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਨੇ ਸੋਮਵਾਰ ਨੂੰ ਵਾਈਟ ਹਾਊਸ ਦੇ ਵਿੱਚ ਸਰਕਾਰੀ ਬਲੂ ਰੂਮ ਦੇ ਵਿੱਚ ਕ੍ਰਿਸਮਸ ਟ੍ਰੀ ਦਾ ਉਦਘਾਟਨ ਕਰਕੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਬਲੂ ਰੂਮ ਦੇ ਵਿੱਚ 5.6 ਮੀਟਰ ਉੱਚਾ ਕ੍ਰਿਸਮਸ ਟ੍ਰੀ ਰੱਖਿਆ ਹੈ। ਜਿਲ ਨੇ ਕਿਹਾ ਹੈ ਕਿ ਇਹ ਬਹੁਤ ਸੁੰਦਰ ਹੈ। ਇਸ ਦੇ ਮਗਰੋਂ ਜਿਲ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਉੱਤਰੀ ਕੈਰੋਲੀਨਾ ਦੇ ਵਿੱਚ ਫੌਜ ਦੇ ਫੋਰਟ ਬ੍ਰੈਗ ਦੇ ਵਿੱਚ ਗਈ, ਜਿੱਥੇ ਉਹਨਾਂ ਨੇ ਸੇਵਾ ਕਰਨ ਵਾਲੇ ਮੈਂਬਰਾਂ ਅਤੇ ਫੌਜੀ ਪਰਿਵਾਰਾਂ ਦੇ ਨਾਲ ਫਰੈਂਡਸ ਗਿਵਿੰਗ ਦਾ ਜਸ਼ਨ ਮਨਾਇਆ ਹੈ। ਇਹਨਾਂ ਦੋਵੇਂ ਜਸ਼ਨਾਂ ਦੇ ਵਿੱਚ ਹੀ ਵਾਈਟ ਹਾਊਸ ਦੇ ਵਿੱਚ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਹੈ, ਜਿਸ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਧੂਮਧਾਮ ਦੇ ਨਾਲ ਮਨਾਏ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਅਜਿਹਾ ਇਸ ਦੇ ਲਈ ਹੈ ਕਿਉਂਕਿ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ-19 ਵਿਰੋਧੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਘਰ ਦੇ ਵਿੱਚ ਰਹਿਣ ਦੀ ਬਜਾਏ ਆਪਣੇ ਅਜੀਜ਼ਾਂ ਦੇ ਨਾਲ ਬਾਹਰ ਜਸ਼ਨ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਜੈਰੋਮ ਪਾਵੇਲ ਨੂੰ ਫੈਡਰਲ ਰਿਜ਼ਰਵ ਦੇ ਪ੍ਰਧਾਨ ਦੇ ਤੌਰ ਤੇ ਦੂਜੇ ਵਾਰ ਸਾਲ ਦੇ ਕਾਰਜਕਾਲ ਦੇ ਲਈ ਨਾਮਜ਼ਦ ਕਰ ਰਹੇ ਨੇ। ਪਾਵੇਲ ਦਾ 4 ਸਾਲ ਦਾ ਕਾਰਜਕਾਲ ਫਰਵਰੀ ਦੇ ਵਿੱਚ ਖਤਮ ਹੋ ਗਿਆ ਹੈ। ਜੈਰੋਮ ਪਾਵੇਲ, ਜਿਸ ਨੂੰ ਬੇਮਿਸਾਲ ਮੁਦਰਾ ਪ੍ਰੋਤਸਾਹਨ ਨੂੰ ਲਾਗੂ ਕਰਕੇ ਫੈਡਰਲ ਰਿਜ਼ਰਵ ਅਤੇ ਦੇਸ਼ ਦੀ ਅਰਥ ਵਿਵਸਥਾ ਦੀ ਇੱਕ ਚੱਕਰਵਾਤੀ ਅਤੇ ਅਚਾਨਕ ਕੋਵਿਡ-19 ਮੰਦੀ ਦੌਰਾਨ ਅਗਵਾਈ ਕੀਤੀ, ਉਹਨਾਂ ਨੂੰ ਫੈਡਰਲ ਰਿਜ਼ਰਵ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਦੂਜੇ ਕਾਰਜਕਾਲ ਦੇ ਲਈ ਨਾਮਜ਼ਦ ਕਰ ਦਿੱਤਾ ਗਿਆ। ਬਾਈਡਨ ਨੇ ਇਹ ਵੀ ਕਿਹਾ ਹੈ ਕਿ ਉਹ ਲਾਇਲ ਬ੍ਰੇਨਾਰਡ ਨੂੰ
ਫੈਡਰਲ ਰਿਜ਼ਰਵ ਦੇ ਬੋਰਡਸ ਆਫ ਗਵਰਨਰਸ ਦੇ ਉਪ ਪ੍ਰਧਾਨ ਦੇ ਵਜੋਂ ਨਾਮਜ਼ਦ ਕਰਨਗੇ। ਬਾਈਡਨ ਨੇ ਕਿਹਾ ਹੈ ਕਿ ਉਹ ਦਸੰਬਰ ਦੇ ਸ਼ੁਰੂ ਦੇ ਵਿੱਚ ਬੋਰਡ ਦੇ ਵਿੱਚ ਬਾਕੀ ਬਚੇ 3 ਅਹੁਦਿਆਂ ਨੂੰ ਭਰਨਗੇ, ਜਿਸ ਦੇ ਵਿੱਚ ਨਿਗਰਾਨੀ ਦੇ ਲਈ ਇੱਕ ਉਪ ਪ੍ਰਧਾਨ, ਇੱਕ ਬੈਂਕ ਰੈਗੂਲੇਟਰੀ ਅਹੁਦਾ ਸ਼ਾਮਿਲ ਹੈ। ਬਾਈਡਨ ਦਾ ਫੈਸਲਾ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਆਏਗਾ। ਅਜਿਹੇ ਸਮੇਂ ਜਦੋਂ ਵੱਧ ਰਹੀ ਮਹਿੰਗਾਈ ਘਰਾਂ ਤੇ ਬੋਝ ਪਾ ਰਹੀ ਹੈ ਅਤੇ ਆਰਥਿਕਤਾ ਦੀ ਰਿਕਵਰੀ ਦੇ ਲਈ ਜ਼ੋਖਮ ਪੈਦਾ ਕਰ ਰਹੀ ਹੈ। ਪਵੇਲ ਇੱਕ ਰਿਪਬਲਿਕਨ ਜਿਸ ਨੂੰ ਸਭ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਆਪਣੇ ਅਹੁਦੇ ਤੇ ਤਰੱਕੀ ਦਿੱਤੀ ਗਈ ਸੀ। ਬਾਈਡਨ ਨੇ ਪ੍ਰਗਤੀਸ਼ੀਲਾਂ ਦੀ ਸ਼ਿਕਾਇਤਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਫੈਡ ਨੇ ਬੈਂਕ ਨਿਯਮਾਂ ਨੂੰ ਕਮਜ਼ੋਰ ਕੀਤਾ ਹੈ। ਜੇਕਰ ਸੈਨੇਟ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਪਵੇਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਰਥਿਕ ਅਧਿਕਾਰੀਆਂ ਦੇ ਵਿੱਚੋਂ ਇੱਕ ਬਣੇ ਰਹਿਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਰਹੱਦ ਪਾਰ ਤੋਂ ਆਉਣ ਵਾਲੇ ਸਾਰੇ ਲੋਕਾਂ, ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰ, ਸਰਕਾਰੀ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਸ਼ਾਮਿਲ ਨੇ, ਉਹਨਾਂ ਦੇ ਲਈ ਪੂਰੀ ਤਰ੍ਹਾਂ ਟੀਕਾਕਰਨ ਲਾਜ਼ਮੀ ਕਰ ਸਕਦੇ ਨੇ। ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਈਡਨ ਪ੍ਰਸ਼ਾਸਨ ਇਸ ਸੰਬੰਧ ਵਿੱਚ ਜਲਦ ਹੀ ਕੋਈ ਐਲਾਨ ਕਰ ਸਕਦੇ ਨੇ। ਸੋ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਵਾਈਟ ਹਾਊਸ ਨੇ ਅਕਤੂਬਰ ਦੇ ਵਿੱਚ ਇਸ ਨਿਯਮ ਤੇ ਵਿਚਾਰ ਕੀਤੀ ਸੀ। ਸੋ ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੋਵੇਗਾ। ਅਧਿਕਾਰੀ ਨੇ ਦੱਸਿਆ ਹੈ ਕਿ ਕਿਸ਼ਤੀਆਂ ਦੁਆਰਾ ਪਹੁੰਚਣ ਵਾਲੀਆਂ ਜ਼ਰੂਰੀ ਸੇਵਾਵਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ ਉਹਨਾਂ ਦੇ ਨਾਲ ਸੰਬੰਧਿਤ ਹੈ ਜੋ ਸੰਯੁਕਤ ਰਾਜ ਦੇ ਨਾਗਰਿਕ ਨਹੀਂ ਨੇ। ਅਮਰੀਕੀ ਨਾਗਰਿਕ ਅਤੇ ਸਥਾਈ ਨਿਵਾਸੀ ਪਹਿਲਾਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਿਕ ਯੂਐਸ ਦੇ ਵਿੱਚ 47 ਮਿਲੀਅਨ ਬਾਲਗਾਂ ਨੂੰ ਅਜੇ ਤੱਕ ਕੋਵਿਡ-19 ਵਿਰੋਧੀ ਟੀਕੇ ਨਹੀਂ ਲੱਗੇ ਨੇ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹੀ ਤੇ ਉੱਤਰਾਖੰਡ ਦੀ ਵਾਸੀ ਮੀਨੂ ਗੁਪਤਾ ਨੇ ਅਮਰੀਕਾ ਦੇ ਵਿੱਚ ਭਾਰਤੀਆਂ ਦਾ ਨਾਮ ਰੌਸ਼ਨ ਕਰਦਿਆਂ ਕੈਲੀਫੋਰਨੀਆ ਦੇ ਵਿੱਚ ਹੋਇਆ ਸੁੰਦਰਤਾ ਮੁਕਾਬਲਾ ਜਿੱਤ ਲਿਆ ਹੈ। ਰੰਗਾਰੰਗ ਪ੍ਰੋਗਰਾਮ ਤੇ ਤਾੜੀਆਂ ਦੀ ਗੂੰਜ ਦੇ ਵਿੱਚ ਮੀਨੂ ਦੇ ਸਿਰ ਤੇ ਮਿਸੇਜ਼ ਏਸ਼ੀਆ ਅਮਰੀਕਾ ਦਾ ਤਾਜ ਪਹਿਨਾਇਆ ਗਿਆ ਹੈ। ਅਮਰੀਕਾ ਦੀ ਨਾਮੀ ਫੈਸ਼ਨ ਕੰਪਨੀ ਵਰਜ਼ੀਲੀਆ ਫੈਸ਼ਨ ਪ੍ਰੋਡਕਸ਼ਨ ਦੇ ਫੈਸ਼ਨ ਹਾਊਸ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ ਸੁੰਦਰਤਾ ਮੁਕਾਬਲਾ ਕਰਵਾਇਆ ਗਿਆ, ਜਿਸ ਦੇ ਵਿੱਚ ਏਸ਼ੀਆ ਦੇ 150 ਦੇਸ਼ਾਂ ਦੀਆਂ 200 ਤੋਂ ਵੱਧ ਮੁਟਿਆਰਾਂ ਨੇ ਭਾਗ ਲਿਆ ਹੈ। ਫਾਈਨਲ ਤੱਕ 90 ਮੁਟਿਆਰਾਂ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚੋਂ ਅੰਤਿਮ ਫੈਸਲਾ ਭਾਰਤੀ ਮੂਲ ਦੀ ਮੀਨੂ ਗੁਪਤਾ ਦੇ ਪੱਖ ਦੇ ਵਿੱਚ ਗਿਆ ਹੈ ਅਤੇ ਤਾੜੀਆਂ ਦੀ ਗੂੰਜ ਦੇ ਵਿੱਚ ਉਸ ਦੇ ਸਿਰ ਤੇ ਮਿਸਿਸ ਏਸ਼ੀਆ ਅਮਰੀਕਾ ਦਾ ਤਾਜ ਪਹਿਨਾਇਆ ਗਿਆ। ਇਸ ਤੋਂ ਇਲਾਵਾ ਮੀਨੂ ਨੂੰ ਹੋਰ ਬੈਸਟ ਈਵਨਿੰਗ ਗਾਊਨ ਤੇ ਬੈਸਟ ਡੈਲੀਗੇਟ ਖਿਤਾਬ ਵੀ ਦਿੱਤਾ ਗਿਆ ਹੈ। ਦੱਸ ਦਈਏ ਕਿ ਮੀਨੂ ਗੁਪਤਾ ਭਾਰਤ ਦੇ ਉੱਤਰਾਖੰਡ ਸੂਬੇ ਦੇ ਵਿੱਚ ਪੈਂਦੇ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਕਿੱਛਾ ਦੀ ਵਾਸੀ ਹੈ। ਮੀਨੂ ਗੁਪਤਾ ਦੇ ਭਰਾ ਕੰਪਿਊਟਰ ਇੰਜੀਨੀਅਰ ਅਜੀਤ ਗੁਪਤਾ ਨੇ ਦੱਸਿਆ ਹੈ ਕਿ ਮੀਨੂ ਨੂੰ ਬਚਪਨ ਤੋਂ ਹੀ ਗਾਇਕੀ, ਸੰਗੀਤ, ਡਾਂਸ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦਾ ਬੇਹੱਦ ਸ਼ੌਕ ਰਿਹਾ ਹੈ। ਉਹ ਸਾਲ 2017 ਤੋਂ ਆਪਣੇ ਪਤੀ ਵਿਸ਼ਾਲ ਗੁਪਤਾ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੀ ਹੈ। ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਮਾਈਕਰੋਸਾਫਟ ਕੰਪਨੀ ਦੇ ਵਿੱਚ ਐਕਸਬਾਕਸ ਦੀ ਬਿਜ਼ਨਸ ਲੀਡ ਅਹੁਦੇ ਤੇ ਤਾਇਨਾਤ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕੌਮਾਂਤਰੀ ਵਿਦਿਆਰਥੀਆਂ ਦਾ ਦਾਖਲਾ 46% ਦੇ ਕਰੀਬ ਘਟਿਆ ਹੈ। ਇਹ ਖੁਲਾਸਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਜਾਰੀ ਓਪਨ ਡੋਰਜ਼ 2021 ਰਿਪੋਰਟ ਦੇ ਵਿੱਚ ਕੀਤਾ ਗਿਆ ਹੈ। ਇਹ ਵੀ ਤੱਥ ਸਾਹਮਣੇ ਆਇਆ ਹੈ ਕਿ ਅੱਜ ਵੀ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਅਮਰੀਕਾ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨ ਦੀ ਹੈ। ਰਿਪੋਰਟ ਦੇ ਅਨੁਸਾਰ ਯਾਤਰਾ ਪਾਬੰਦੀਆਂ ਤੇ ਲਾਗੂ ਹੋਰ ਰੋਕਾਂ ਦੇ ਬਾਵਜੂਦ 1,45,528 ਵਿਦਿਆਰਥੀ ਅਮਰੀਕਾ ਦੇ ਵਿੱਚ ਨਿੱਜੀ ਤੌਰ ਤੇ ਜਾਂ ਵਿਦੇਸ਼ਾਂ ਦੇ ਵਿੱਚੋਂ ਆਨਲਾਈਨ ਪੜ੍ਹਾਈ ਸ਼ੁਰੂ ਕਰਨ ਦੇ ਵਿੱਚ ਸਮਰੱਥ ਰਹੇ ਨੇ। 2020-21 ਪੜ੍ਹਾਈ ਸਾਲ ਦੌਰਾਨ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕੁੱਲ 9,14,000 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ, ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 15% ਘੱਟ ਹੈ। ਇਸ ਤੋਂ ਇਲਾਵਾ ਪੜ੍ਹਾਈ ਖਤਮ ਕਰਨ ਉਪਰੰਤ 2 ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦੇ ਲਈ ਜਾਂ ਕੰਮ ਵਾਸਤੇ ਤਜਰਬਾ ਹਾਸਲ ਕੀਤਾ ਹੈ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਵਿਦਿਆਰਥੀ ਮੂਲ ਰੂਪ ਦੇ ਵਿੱਚ ਕਿਸ ਦੇਸ਼ ਦੇ ਨੇ, ਪਰੰਤੂ ਸਟੈਟਿਸਟਾਂ ਵੱਲੋਂ ਜਾਰੀ ਇੱਕ ਵੱਖਰੀ ਰਿਪੋਰਟ ਦੇ ਅਨੁਸਾਰ 2020-21 ਸਕੂਲ ਸਾਲ ਦੌਰਾਨ 1,67,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ਦੇ ਵਿੱਚ ਪੜ੍ਹਾਈ ਕੀਤੀ ਹੈ। ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਇਸੇ ਤਰ੍ਹਾਂ ਹੋਇਆ ਹੈ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੀ ਮਹਿਲਾ ਸੰਗੀਤਾ ਨਾਰਾਇਣ ਦੇ ਨਾਲ, ਜਿਸ ਨੇ $16.5 ਮਿਲੀਅਨ ਦੀ ਲਾਟਰੀ ਜਿੱਤ ਲਈ ਹੈ। ਐਲਬਰਟਾ ਦੀ ਵਾਸੀ ਸੰਗੀਤਾ ਨੇ ਐਡਮਿੰਟਨ ਤੋਂ ਇਹ ਲਾਟਰੀ ਖਰੀਦੀ ਸੀ ਤੇ ਜਦੋਂ ਉਸ ਨੂੰ ਆਪਣੀ ਲਾਟਰੀ ਨਿਕਲਣ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਸੰਗੀਤਾ ਨਾਰਾਇਣ ਨੇ ਐਡਮਿੰਟਨ ਦੇ ਵਿੱਚ ਸਥਿਤ ਇੱਕ ਕੈਨੇਡੀਅਨ ਟਾਇਰ ਗੈਸ ਬਾਰ ਚੋਂ ਲੋਟੋ
649 ਦੀ ਟਿਕਟ ਖਰੀਦੀ ਸੀ, ਜਿਸ ਦੇ ਵਿੱਚ ਉਸ ਦੀ $16.5 ਮਿਲੀਅਨ ਦੀ ਲਾਟਰੀ ਨਿਕਲੀ ਹੈ। ਸੰਗੀਤਾ ਨਰਾਇਣ ਐਲਬਰਟਾ ਦੇ 54 ਅਤੇ ਐਡਮਿੰਟਨ ਦੇ ਉਹਨਾਂ 10 ਲੋਕਾਂ ਦੇ ਵਿੱਚ ਸ਼ਾਮਿਲ ਹੋ ਗਈ ਹੈ ਜਿਨ੍ਹਾਂ ਨੇ ਇਸ ਸਾਲ 1 ਮਿਲੀਅਨ ਜਾਂ ਇਸ ਤੋਂ ਵੱਧ ਡਾਲਰ ਦੀ ਲਾਟਰੀ ਜਿੱਤੀ ਹੈ। ਕਮਲਾ ਹੈਰਿਸ ਸ਼ੁੱਕਰਵਾਰ ਨੂੰ ਸੰਯੁਕਤ ਰਾਜ ਦੀ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ, ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਨੂੰ ਥੋੜੇ ਸਮੇਂ ਦੇ ਲਈ ਇੱਕ ਰੂਟੀਨ ਕੋਲੋਨੋਸਕੋਪੀ ਦੇ ਲਈ ਐਨੈਸਥੀਸੀਆ ਦੇ ਅਧੀਨ ਰੱਖਿਆ ਗਿਆ ਸੀ। ਬਾਈਡਨ ਨੇ ਸ਼ੁੱਕਰਵਾਰ ਸਵੇਰੇ ਬੈਥੇਸਡਾ ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਪ੍ਰਕਿਰਿਆ ਕੀਤੀ ਹੈ। ਵਾਈਟ ਹਾਊਸ ਦੇ ਅਨੁਸਾਰ ਹੈਰਿਸ ਲਗਭਗ 1 ਘੰਟਾ ਅਤੇ 25 ਮਿੰਟ ਤੱਕ ਕਾਰਜਕਾਰੀ ਪ੍ਰਧਾਨ ਰਹੇ ਨੇ। ਬਾਈਡਨ ਨੇ ਸਪੀਕਰ ਨਾਂਸੀ ਪੈਲੋਸੀ ਨੂੰ ਪੱਤਰਾਂ ਦੇ ਵਿੱਚ ਕਿਹਾ, ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮੈਂ ਪ੍ਰਕਿਰਿਆ ਅਤੇ ਰਿਕਵਰੀ ਦੇ ਸੰਖੇਪ ਸਮੇਂ ਦੌਰਾਨ ਅਮਰੀਕੀ ਰਾਸ਼ਟਰਪਤੀਆਂ ਦੀ ਸ਼ਕਤੀਆਂ ਅਤੇ ਕਰਤੱਵਾਂ ਨੂੰ ਅਸਥਾਈ ਤੌਰ ਤੇ ਉਪ ਰਾਸ਼ਟਰਪਤੀ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਸਦਨ ਦੇ ਸਪੀਕਰ ਦੇ ਤੌਰ ਤੇ ਪੈਲੋਸੀ ਉਪ ਰਾਸ਼ਟਰਪਤੀ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਦੂਜੇ ਨੰਬਰ ਤੇ ਹੈ। ਪੈਟਰਿਕ ਲੇਹੀ ਸੈਨੇਟ ਦੇ ਪ੍ਰਧਾਨ ਪ੍ਰੋਫੈਸਰ ਟੈਂਪੋਰ ਵਜੋਂ ਤੀਜੇ ਨੰਬਰ ਤੇ ਹੈ। ਸੰਵਿਧਾਨ ਦੀ 25ਵੀਂ ਸੋਧ ਦਾ ਸੈਕਸ਼ਨ 3 ਰਾਸ਼ਟਰਪਤੀ ਨੂੰ ਅਸਥਾਈ ਤੌਰ ਤੇ ਸ਼ਕਤੀ ਦਾ ਤਬਾਦਲਾ ਕਰਨ ਦੀ ਇਜਾਜ਼ਤ ਦਿੰਦਾ ਹੈ ਜੇਕਰ ਰਾਸ਼ਟਰਪਤੀ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰੱਥ ਹੈ। ਬਾਈਡਨ ਸਵੇਰੇ 9 ਵਜੇ ਤੋਂ ਥੋੜੀ ਦੇਰ ਪਹਿਲਾਂ ਹਸਪਤਾਲ ਪਹੁੰਚੇ ਅਤੇ ਵਾਈਟ ਹਾਊਸ ਦੇ ਅਨੁਸਾਰ ਸਵੇਰੇ 10:10 ਤੇ ਪੈਲੋਸੀ ਅਤੇ ਲੇਹੀ ਨੂੰ ਚਿੱਠੀਆਂ ਭੇਜੀਆਂ। ਉਹਨਾਂ ਨੇ ਹੈਰਿਸ ਦੇ ਨਾਲ ਗੱਲ ਕੀਤੀ ਹੈ ਜਦੋਂ ਉਸਨੇ ਸਵੇਰੇ 11:35 ਤੇ ਕਰੀਬ ਆਪਣੀ ਡਿਊਟੀ ਮੁੜ ਸ਼ੁਰੂ ਕੀਤੀ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਹੈਰਿਸ ਨੇ ਇਸ ਸਮੇਂ ਦੌਰਾਨ ਵੈਸਟ ਵਿੰਗ ਦੇ ਵਿੱਚ ਆਪਣੇ ਦਫ਼ਤਰ ਤੋਂ ਕੰਮ ਕੀਤਾ ਹੈ। ਹੈਰਿਸ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾ ਕਰਨ ਵਾਲੇ ਸਿਰਫ ਤੀਜੇ ਉਪ ਰਾਸ਼ਟਰਪਤੀ ਨੇ। ਜੁਲਾਈ 1985 ਦੇ ਵਿੱਚ ਰਾਸ਼ਟਰਪਤੀ ਡੋਨਾਲਡ ਰੀਗਨ ਨੇ ਸੱਤਾ ਤਬਦੀਲ ਉਸ ਸਮੇਂ ਦੇ ਉਪ ਰਾਸ਼ਟਰਪਤੀ ਜਾਰਜ H.W. ਬੁਸ਼ ਨੂੰ ਕਰੀਬ 8 ਘੰਟੇ ਦੇ ਲਈ ਕੀਤੀ ਸੀ, ਜਦੋਂ ਉਹਨਾਂ ਨੇ ਬੈਥੇਸਡਾ ਨੈਵਲ ਹਸਪਤਾਲ ਦੇ ਵਿੱਚ ਅੰਤੜੀਆਂ ਦੀ ਸਰਜਰੀ ਕਰਵਾਈ ਸੀ। ਰੂਸ ਅਤੇ ਯੂਕਰੇਨ ਦੇ ਤਣਾਅ ਦੇ ਵਿੱਚ ਜਲਦੀ ਹੀ ਹਿੰਸਕ ਮੋੜ ਆਉਣ ਦਾ ਸ਼ੱਕ ਹੈ। ਅਮਰੀਕੀ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਰੂਸ ਜਲਦ ਹੀ ਯੂਕਰੇਨ ਤੇ ਹਮਲਾ ਕਰ ਸਕਦਾ ਹੈ ਅਤੇ ਉਸਨੇ ਇਸ ਦੇ ਲਈ ਵੱਡੇ ਪੱਧਰ ਤੇ ਤਿਆਰੀ ਕਰ ਲਈ ਹੈ। ਰਿਪੋਰਟ ਦੇ ਅਨੁਸਾਰ ਰੂਸੀ ਸੈਨਾ ਅਲੱਗ-ਅਲੱਗ ਲੋਕੇਸ਼ਨਾਂ ਤੋਂ ਯੂਕਰੇਨ ਦੇ ਖਿਲਾਫ ਸੈਨਿਕ ਕਾਰਵਾਈ ਕਰ ਸਕਦੀ ਹੈ। ਅਮਰੀਕਾ ਤੋਂ ਇਹ ਰਿਪੋਰਟ ਹਾਲ ਦੇ ਮਹੀਨਿਆਂ ਦੇ ਵਿੱਚ ਦੂਜੀ ਵਾਰ ਆਈ ਹੈ। ਇਸ ਤੋਂ ਪਹਿਲਾਂ ਆਈ ਰਿਪੋਰਟ ਨੂੰ ਰੂਸ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਅਮਰੀਕਾ ਉਸ ਦੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਿਹਾ ਹੈ। ਅਮਰੀਕੀ ਇੰਟੈਲੀਜੈਂਸ ਇਨਪੁਟ ਦੇ ਬਾਰੇ ਵਿੱਚ ਬਲੂਮਬਰਗ ਨੇ ਇੱਕ ਰਿਪੋਰਟ ਛਾਪੀ ਹੈ। ਇਸ ਦੇ ਮੁਤਾਬਿਕ ਅਮਰੀਕਾ ਨੇ ਆਪਣੇ ਨਾਟੋ ਸਹਿਯੋਗੀਆਂ ਨੂੰ ਖੁਫੀਆ ਸੂਚਨਾ ਦੇ ਨਾਲ ਕੁਝ ਨਕਸ਼ੇ ਵੀ ਮੁਹੱਈਆ ਕਰਵਾਏ ਨੇ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਰਾਦੇ ਯੂਕਰੇਨ ਤੇ ਹਮਲਾ ਕਰਨ ਦੇ ਨੇ। ਮੰਨਿਆ ਜਾ ਰਿਹਾ ਹੈ ਕਿ ਪੁਤਿਨ ਅਗਲੇ ਸਾਲ ਸੈਨਿਕ ਕਾਰਵਾਈ ਦੇ ਆਦੇਸ਼ ਦੇ ਸਕਦਾ ਹੈ। ਚੀਨ ਨੇ ਸੋਮਵਾਰ ਲਿਥੁਆਨੀਆ ਨੂੰ ਧਮਕੀ ਦਿੱਤੀ ਹੈ ਕਿ ਉਹ ਤਾਈਵਾਨ ਦੇ ਨਾਲ ਆਪਣੇ ਨਵੇਂ ਵਧੇ ਹੋਏ ਸੰਬੰਧਾਂ ਨੂੰ ਖਤਮ ਕਰੇ। ਇਸ ਸੰਬੰਧ ਕਾਰਨ ਚੀਨ ਨੂੰ ਯੂਰਪੀ ਸੰਘ ਦੇ ਇਸ ਮੈਂਬਰ ਰਾਸ਼ਟਰ ਦੇ ਨਾਲ ਰਾਜਦੂਤ ਪੱਧਰ ਤੋਂ ਡਿਪਲੋਮੈਟਿਕ ਸੰਬੰਧਾਂ ਦੇ ਵਿੱਚ ਕਟੌਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲਿਜ਼ਿਆਨ ਨੇ ਕਿਹਾ ਹੈ ਕਿ ਲਿਥੁਆਨੀਆ ਨੂੰ ਤਾਈਵਾਨ ਦੇ ਪ੍ਰਤੀਨਿਧੀ ਦਫ਼ਤਰ ਦੇ ਨਾਮ ਨਾਲ ਬਾਲਟਿਕ ਰਾਸ਼ਟਰ ਦੇ ਵਿੱਚ ਇੱਕ ਅਸਲ ਦੂਤ ਘਰ ਖੋਲ੍ਹਣ ਦੀ ਆਗਿਆ ਦੇਣ ਦੀ ਆਪਣੀ ਗਲਤੀ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਲਿਥੁਆਨੀਆ ਦੇ ਨਾਲ ਸੰਬੰਧਾਂ ਨੂੰ ਉਪ ਰਾਜਦੂਤ ਦੇ ਪੱਧਰ ਤੱਕ ਘਟਾਉਣ ਦਾ ਐਲਾਨ ਕੀਤਾ ਹੈ। ਚੀਨ ਨੇ ਇਸ ਤੋਂ ਪਹਿਲਾਂ ਲਿਥੁਆਨੀਆ ਰਾਜਦੂਤ ਨੂੰ ਕੱਢ ਦਿੱਤਾ ਸੀ ਅਤੇ ਉੱਥੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਸੀ। ਚਾਓ ਨੇ ਕਿਹਾ ਹੈ ਕਿ ਇਹ ਸਪਸ਼ਟ ਹੈ ਕਿ ਲਿਥੁਆਨੀਆ ਨੂੰ ਕੁਝ ਵੱਡੀਆਂ ਸ਼ਕਤੀਆਂ ਦੁਆਰਾ ਉਕਸਾਇਆ ਗਿਆ, ਪਰ ਇਹ ਫੈਸਲਾ ਲਿਥੁਆਨੀਆ ਦੇ ਆਪਣੇ ਹਿੱਤਾਂ ਦੀ ਕੀਮਤ ਤੇ ਲਿਆ ਗਿਆ ਹੈ। ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਗਈ ਹੈ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਰਪੁਰਬ ਦੇ ਮੌਕੇ ਤੇ ਦੇਸ਼ ਦੇ ਹਿੱਤ ਦੇ ਵਿੱਚ ਕਾਨੂੰਨ ਵਾਪਸ ਲੈਣ ਦੀ ਸਰਕਾਰ ਦੇ ਇਰਾਦੇ ਦਾ ਐਲਾਨ ਕੀਤਾ। ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਇਸ ਬਿੱਲ ਨੂੰ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਲੋਕ ਸਭਾ ਸਕੱਤਰੇਤ ਦੇ ਬੁਲੇਟਿਨ ਅਨੁਸਾਰ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ ਸੰਬੰਧਿਤ ਬਿੱਲ ਸੈਸ਼ਨ ਦੌਰਾਨ ਪੇਸ਼ ਕਰਨ ਦੇ ਲਈ ਸੂਚੀਬੱਧ ਨੇ। ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਸੰਸਦ ਵੱਲੋਂ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਧਰਨੇ ਵਾਲੀ ਥਾਂ ਤੇ ਖੜੇ ਰਹਿਣਗੇ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਸੰਸਦ ਦੇ ਵਿੱਚ ਬਿੱਲ ਪੇਸ਼ ਕਰੇਗੀ।
ਕੋਰੋਨਾ ਜਾਂਚ ਦੇ ਵਿੱਚ ਕਾਲੇ ਤੇ ਗੋਰੇ ਲੋਕਾਂ ਦਰਮਿਆਨ ਭੇਦਭਾਵ ਕਰਨ ਵਾਲੇ ਮੈਡੀਕਲ ਉਪਕਰਨਾਂ ਦੇ ਮੁੱਦੇ ਤੇ ਹੰਗਾਮਾ ਹੋ ਗਿਆ ਹੈ। ਬਰਤਾਨੀਆ ਨੇ ਇਸ ਦੀ ਕੌਮਾਂਤਰੀ ਪੱਧਰ ਤੇ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਨਾਲ ਹੀ ਆਪਣੇ ਇੱਥੋਂ ਇਸ ਦੇ ਲਈ ਇੱਕ ਕਮਿਸ਼ਨ ਦਾ ਗਠਨ ਵੀ ਕਰ ਦਿੱਤਾ ਹੈ। ਖੂਨ ਦੇ ਵਿੱਚ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਵਾਲੇ ਉਪਕਰਨ ਆਕਸੀਮੀਟਰ ਦੇ ਨਾਲ ਗੋਰੇ ਤੇ ਕਾਲੇ ਲੋਕਾਂ ਦੀ ਜਾਂਚ ਦੇ ਵਿੱਚ ਫਰਕ ਪਾਇਆ ਗਿਆ ਹੈ। ਗੋਰੀ ਚਮੜੀ ਵਾਲਿਆਂ ਦੀ ਜਾਂਚ ਰਿਪੋਰਟ ਸਹੀ ਪਾਈ ਗਈ ਹੈ, ਜਦਕਿ ਕਾਲੀ ਚਮੜੀ ਵਾਲੇ ਲੋਕਾਂ ਦੀ ਜਾਂਚ ਖਾਮੀਆਂ ਭਰਪੂਰ ਮਿਲੀ ਹੈ। ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਅਸਮਾਨਤਾ ਦੀ ਜਾਣਕਾਰੀ ਹੋਣ ਤੇ ਉਸ ਦੀ ਜਾਂਚ ਦੇ ਲਈ ਇੱਕ ਕਮਿਸ਼ਨ ਦੀ ਗਠਨ ਵੀ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਵਿਵਸਥਿਤ ਤਰੀਕੇ ਦੇ ਨਾਲ ਹੋਇਆ ਹੈ। ਇਹ ਕੁਝ ਮੈਡੀਕਲ ਉਪਕਰਨਾਂ ਦੇ ਵਿੱਚ ਪਹਿਲਾਂ ਤੋਂ ਬਣੀ ਨਸਲੀ ਧਾਰਨਾ ਦਾ ਮਾਮਲਾ ਹੈ। ਹਾਲਾਂਕਿ ਅਣਜਾਣੇ ਦੇ ਵਿੱਚ ਹੈ, ਪਰ ਮੌਜੂਦ ਹੈ ਕਿ ਆਕਸੀਮੀਟਰ ਇਸ ਦਾ ਸਭ ਤੋਂ ਚੰਗਾ ਉਦਾਹਰਣ ਹੈ। BBC ਦੇ ਨਾਲ ਗੱਲਬਾਤ ਦੇ ਵਿੱਚ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਕਿਹਾ ਹੈ ਕਿ ਕੀ ਇਸ ਅਸਮਾਨਤਾ ਕਾਰਨ ਕਾਲੇ ਲੋਕਾਂ ਦੀ ਕੋਰੋਨਾ ਦੇ ਨਾਲ ਜ਼ਿਆਦਾ ਮੌਤ ਹੋ ਗਈ ਹੈ। ਜਾਵੇਦ ਨੇ ਕਿਹਾ ਕਿ ਅਜਿਹਾ ਹੋਇਆ ਹੋਵੇਗਾ, ਹਾਲਾਂਕਿ ਉਹਨਾਂ ਕੋਲ ਇਸ ਦੇ ਸੰਬੰਧ ਦੇ ਵਿੱਚ ਪੁਖਤਾ ਤੱਥ ਨਹੀਂ ਨੇ। ਜਰਮਨੀ ਦੀ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਮੁੜ ਤੋਂ ਵਾਧੇ ਨੂੰ ਦੇਖਦੇ ਹੋਏ ਹੁਣ ਤੱਕ ਦੀ ਸਭ ਤੋਂ ਖਤਰਨਾਕ ਚੇਤਾਵਨੀ ਜਾਰੀ ਕੀਤੀ ਹੈ। ਜਰਮਨੀ ਦੇ ਸਿਹਤ ਮੰਤਰੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਾਂ ਤਾਂ ਵੈਕਸੀਨ ਲੈ ਕੇ ਆਪਣੀ ਜਾਨ ਬਚਾ ਲਓ ਜਾਂ ਫਿਰ ਕੁਝ ਮਹੀਨੇ ਦੇ ਵਿੱਚ ਮਰਨ ਦੇ ਲਈ ਤਿਆਰ ਹੋ ਜਾਓ। ਜਰਮਨੀ ਦੇ ਸਿਹਤ ਮੰਤਰੀ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨੂੰ ਲੈ ਕੇ ਖਤਰਨਾਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਜਰਮਨੀ ਦੇ ਸਿਹਤ ਮੰਤਰੀ ਨੇ ਸੋਮਵਾਰ ਨੂੰ ਦੇਸ਼ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੋ ਵੈਕਸੀਨ ਨਹੀਂ ਲੈ ਰਹੇ। ਜਰਮਨੀ ਦੇ ਸਿਹਤ ਮੰਤਰੀ ਨੇ ਵੀ ਕਿਹਾ ਹੈ ਕਿ ਕੁਝ ਮਹੀਨੇ ਦੇ ਵਿੱਚ ਸਿਰਫ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਕੋਵਿਡ-19 ਦਾ ਟੀਕਾ ਲਗਵਾ ਲਿਆ ਹੈ ਅਤੇ ਕੋਵਿਡ-19 ਦਾ ਟੀਕਾ ਨਹੀਂ ਲੈਣ ਵਾਲੇ ਲੋਕ ਮਾਰੇ ਜਾਣਗੇ। ਜਰਮਨੀ ਦੇ ਸਿਹਤ ਮੰਤਰੀ ਨੇ ਦੇਸ਼ ਦੇ ਸਾਰੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲੈਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਸ਼ਾਇਦ ਇਸ ਸਾਲ ਦੇ ਅੰਤ ਤੱਕ ਜਾਂ ਸਰਦੀ ਖਤਮ ਹੋਣ ਤੱਕ ਜਰਮਨੀ ਦੇ ਵਿੱਚ ਉਹੀ ਲੋਕ ਬਚਣਗੇ ਜਿਨ੍ਹਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੋਇਆ ਹੈ ਜਾਂ ਫਿਰ ਜਿਨ੍ਹਾਂ ਕੋਵਿਡ-19 ਹੋ ਚੁੱਕੇ ਨੇ ਉਹ ਠੀਕ ਹੋ ਚੁੱਕੇ ਨੇ, ਨਹੀਂ ਤਾਂ ਬਾਕੀ ਸਾਰੇ ਮਾਰੇ ਜਾਣਗੇ। ਜਰਮਨੀ ਦੀ ਸਰਕਾਰ ਨੇ ਕੋਵਿਡ-19 ਦੇ ਡੈਲਟਾ ਵੇਰੀਐਂਟ ਨੂੰ ਕਾਫੀ ਜ਼ਿਆਦਾ ਖਤਰਨਾਕ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕੋਵਿਡ-19 ਦਾ ਟੀਕਾ ਲਗਵਾਉਣਾ। ਗਲਵਾਨ ਘਾਟੀ ਦੇ ਹੀਰੋ ਕਰਨਲ ਸੰਤੋਸ਼ ਬਾਬੂ ਦਾ ਭਾਰਤ ਸਰਕਾਰ ਦੇ ਵੱਲੋਂ ਮਰਨ ਉਪਰੰਤ ਮਹਾਵੀਰ ਚੱਕਰ ਦੇ ਨਾਲ ਸਨਮਾਨ ਕੀਤਾ ਗਿਆ ਹੈ। ਕਰਨਲ ਸੰਤੋਸ਼ ਬਾਬੂ ਪੂਰਬੀ ਲਦਾਖ ਦੀ ਗਲਵਾਨ ਘਾਟੀ ਦੇ ਵਿੱਚ ਆਪਰੇਸ਼ਨ ਸਨੋ ਲੀਪਰਡ ਦੌਰਾਨ ਚੀਨੀ ਸੈਨਿਕਾਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਪੁਰਸਕਾਰ ਦੇ ਨਾਲ ਕਰਨਲ ਸੰਤੋਸ਼ ਬਾਬੂ ਦੀ ਮਾਂ ਅਤੇ ਪਤਨੀ ਨੂੰ ਦਿੱਤਾ ਹੈ। ਸੰਤੋਸ਼ ਬਾਬੂ ਦੇ ਨਾਲ ਨਾਇਬ ਸੂਬੇਦਾਰ ਨੂਡੂਰਾਮ ਸੋਰੇਨ, ਹੌਲਦਾਰ ਕੇ ਪਿਲਾਨੀ, ਨਾਇਕ ਦੀਪਕ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਜੋ ਇਸ ਆਪਰੇਸ਼ਨ ਦਾ ਹਿੱਸਾ ਸਨ, ਉਹਨਾਂ ਨੂੰ ਵੀ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਹੈ। ਦੱਸ ਦਈਏ ਕਿ ਨਾਇਬ ਸੂਬੇਦਾਰ ਨੂਡੂਰਾਮ ਸੋਰੇਨ ਨੇ ਪਿਛਲੇ ਸਾਲ ਜੂਨ ਦੇ ਵਿੱਚ ਗਲਵਾਨ ਘਾਟੀ ਦੇ ਵਿੱਚ ਚੀਨੀ ਫੌਜ ਦੇ ਹਮਲੇ ਦੇ ਵਿੱਚ ਦੁਸ਼ਮਣ ਦੀ ਫੌਜ ਦਾ ਬਹਾਦਰੀ ਦੇ ਨਾਲ ਸਾਹਮਣਾ ਕੀਤਾ ਸੀ। ਦੁਸ਼ਮਣ ਵਿਰੁੱਧ ਲੋਹਾ ਲੈਂਦੇ ਹੋਏ ਨਾਇਬ ਸਦਰ ਸੋਰੇਨ ਨੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਸੀ। ਨੂਡੂਰਾਮ ਸੋਰੇਨ ਨੂੰ ਵੀ ਮਰਨ ਉਪਰੰਤ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਦੇ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪੂਰਬੀ ਲਦਾਖ ਦੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਸਰਹੱਦ ਤੇ ਮੌਜੂਦ ਕਰਨਲ ਸੰਤੋਸ਼ ਬਾਬੂ ਦੀ ਅਗਵਾਈ ਦੇ ਵਿੱਚ ਭਾਰਤੀ ਜਵਾਨਾਂ ਨੇ ਚੀਨੀ ਸੈਨਿਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੰਤੋਸ਼ ਬਾਬੂ ਨੇ ਚੀਨੀ ਸੈਨਿਕਾਂ ਨੂੰ ਵਾਪਸ ਜਾਣ ਦੇ ਲਈ ਕਿਹਾ, ਪਰ ਚੀਨੀ ਸੈਨਿਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਚੀਨੀ ਸੈਨਿਕਾਂ ਦੇ ਪਥਰਾਅ ਤੋਂ ਬਾਅਦ ਵੀ ਕਰਨਲ ਸੰਤੋਸ਼ ਬਾਬੂ ਡਟੇ ਰਹੇ ਤੇ ਚੀਨੀ ਸੈਨਿਕਾਂ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਕਰ ਦਿੱਤਾ। ਇਸ ਘਟਨਾ ਦੇ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਇਸ ਘਟਨਾ ਦੇ ਵਿੱਚ ਚੀਨ ਦੇ 40 ਸੈਨਿਕ ਮਾਰੇ ਗਏ ਸਨ। ਹਾਲਾਂਕਿ ਚੀਨ ਨੇ ਸਿਰਫ 4 ਤੋਂ 5 ਸੈਨਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਰਜ਼ੀ ਤੇ ਸੁਣਵਾਈ ਕਰਦਿਆਂ ਈਡੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਖਹਿਰਾ ਨੇ ਇਹ ਪਟੀਸ਼ਨ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਦਾਖਲ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਹ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ। ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਈ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਸ ਨੂੰ ਈਡੀ ਨੇ ਸੰਮਨ ਜਾਰੀ ਕੀਤੇ ਸਨ, ਜਿਸ ਤੇ ਉਹ ਈਡੀ ਅੱਗੇ ਹਰ ਵਾਰ ਪੇਸ਼ ਹੁੰਦੇ ਰਹੇ। ਉਹਨਾਂ ਨੇ ਕਿਹਾ ਹੈ ਕਿ ਈਡੀ ਨੇ ਉਹਨਾਂ ਨੂੰ ਮਾਮਲੇ ਦੇ ਵਿੱਚ 11 ਵਾਰੀ ਸੰਮਨ ਜਾਰੀ ਕੀਤੇ ਅਤੇ ਉਹ ਹਰ ਵਾਰੀ ਪੇਸ਼ ਵੀ ਹੋਏ ਨੇ, ਪਰ 11 ਨਵੰਬਰ ਨੂੰ ਜਦੋਂ ਉਹ ਪੇਸ਼ ਹੋਏ ਤਾਂ ਉਹਨਾਂ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ, ਜੋ ਕਿ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ। ਉਹਨਾਂ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਨਾਜਾਇਜ਼ ਦੱਸਦਿਆਂ ਅਦਾਲਤ ਤੋਂ ਗ੍ਰਿਫਤਾਰੀ ਦੇ ਆਦੇਸ਼ ਨੂੰ ਰੱਦ ਕਰਨ ਦੀ ਵੀ ਅਪੀਲ ਕੀਤੀ ਹੈ। ਅਰਜ਼ੀ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਈਡੀ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ। ਦੱਸ ਦਈਏ ਕਿ ਸੁਖਪਾਲ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਦੇ ਵੱਲੋਂ 11 ਨਵੰਬਰ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ।
ਜਿਸ ਦੇ ਪਿੱਛੋਂ ਉਹ 7 ਦਿਨ ਦੇ ਰਿਮਾਂਡ ਤੇ ਸਨ। ਦੱਸਣਾ ਬਣਦਾ ਹੈ ਕਿ ਖਹਿਰਾ ਨੇ ਰਿਮਾਂਡ ਦੌਰਾਨ ਚੰਡੀਗੜ੍ਹ ਪੁਲਿਸ ਤੇ ਉਹਨਾਂ ਦੇ ਨਾਲ ਬਦਸਲੂਕੀ ਦੇ ਦੋਸ਼ ਵੀ ਲਗਾਏ ਸਨ ਅਤੇ ਭੁੱਖ ਹੜਤਾਲ ਵੀ ਕੀਤੀ ਸੀ। ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਉਸ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ। ਉਹਨਾਂ ਮਾਮਲੇ ਦੇ ਵਿੱਚ ਕੁਝ ਕਾਂਗਰਸੀਆਂ ਤੇ ਉਹਨਾਂ ਨੂੰ ਫਸਾਉਣ ਦੇ ਵੀ ਦੋਸ਼ ਲਗਾਏ ਸਨ। ਇਸ ਸਾਲ ਅਪ੍ਰੈਲ ਦੇ ਵਿੱਚ ਇੰਡੀਆਨਾ ਪੋਲਿਸ ਦੇ ਵਿੱਚ ਫੈਡੈਕਸ ਦੇ ਦਫ਼ਤਰ ਦੇ ਵਿੱਚ ਹੋਈ ਗੋਲੀਬਾਰ ਦੇ ਪੀੜਤ 3 ਸਿੱਖ ਪਰਿਵਾਰਾਂ ਨੇ ਮੁਆਵਜ਼ੇ ਦੇ ਲਈ ਕੀਤੇ ਦਾਅਵੇ ਦੇ ਵਿੱਚ ਕਿਹਾ ਹੈ ਕਿ ਸਥਾਨਕ ਅਧਿਕਾਰੀ ਅਦਾਲਤ ਦੇ ਵਿੱਚ ਹਥਿਆਰ ਲੈਣ ਦੇ ਅਧਿਕਾਰਾਂ ਦੇ ਉੱਪਰ ਰੋਕ ਲਗਾਉਣ ਸੰਬੰਧੀ ਕੇਸ ਕਰਨ ਦੇ ਵਿੱਚ ਨਾਕਾਮ ਰਹੇ, ਜਿਸ ਕਾਰਨ ਸ਼ੱਕੀ ਦੋਸ਼ੀ ਹਮਲੇ ਵਿੱਚ ਵਰਤੇ ਗਏ ਹਥਿਆਰ ਲੈਣ ਦੇ ਵਿੱਚ ਸਫਲ ਰਹੇ ਨੇ। ਜੇਕਰ ਅਧਿਕਾਰੀ ਅਦਾਲਤ ਦੇ ਵਿੱਚ ਜਾਂਦੇ ਤਾਂ ਹਮਲਾਵਰਾਂ ਨੂੰ ਹਥਿਆਰ ਲੈਣ ਤੋਂ ਰੋਕਿਆ ਜਾ ਸਕਦਾ ਸੀ। 15 ਅਪ੍ਰੈਲ ਨੂੰ ਹੋਈ ਗੋਲੀਬਾਰੀ ਤੋਂ ਜ਼ਖਮੀ ਹੋਏ ਜਾਂ ਆਪਣਾ ਪਰਿਵਾਰਕ ਮੈਂਬਰ ਗਵਾ ਚੁੱਕੇ ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਤੇ ਗੁਰਿੰਦਰ ਬੈਂਸ ਨੇ ਇੱਕ ਪੱਤਰ ਲਿਖ ਕੇ ਸ਼ਹਿਰ ਦੇ ਅਧਿਕਾਰੀਆਂ ਦੇ ਕੋਲੋਂ ਪ੍ਰਤੀ ਵਿਅਕਤੀ $7 ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ। ਪੀੜਤਾਂ ਦੇ ਵਕੀਲਾਂ ਨੇ ਕਿਹਾ ਹੈ ਕਿ ਇੰਡੀਆਨਾ ਪੁਲਿਸ ਵਿਭਾਗ ਤੇ ਮੈਰੀਅਨ ਕਾਉਂਟੀ ਦੇ ਪ੍ਰੋਸੀਕਿਊਟਰ ਦਫ਼ਤਰ ਨੇ ਮਾਰਚ 2020 ਦੇ ਵਿੱਚ ਹਥਿਆਰ ਲੈਣ ਦੇ ਅਧਿਕਾਰਾਂ ਨੂੰ ਮੁਲਤਵੀ ਕਰਨ ਸੰਬੰਧੀ ਕੇਸ ਨਾ ਦਰਜ ਕਰਨ ਦਾ ਫੈਸਲਾ ਕੀਤਾ ਸੀ। ਅਜਿਹਾ ਕਰਕੇ ਪੁਲਿਸ ਵਿਭਾਗ ਤੇ ਪ੍ਰੋਸੀਕਿਊਟਰ ਦਫ਼ਤਰ ਇੰਡੀਆਨਾ ਦੇ ਰੈੱਡ ਫਲੈਗ ਕਾਨੂੰਨ ਅਨੁਸਾਰ ਚੱਲਣ ਦੇ ਵਿੱਚ ਨਾਕਾਮ ਰਹੇ ਤੇ ਇਹਨਾਂ ਦੀ ਇਸ ਨਾਕਾਮੀ ਕਾਰਨ ਹੀ ਦੋਸ਼ੀ ਹਥਿਆਰ ਲੈਣ ਦੇ ਵਿੱਚ ਸਫਲ ਰਹੇ। ਆਕਬਰੁਕ ਲਿਨੋਇਸ ਦੇ ਵਿੱਚ ਇੱਕ ਸਟੋਰ ਦੇ ਵਿੱਚ ਜ਼ਬਰਦਸਤੀ ਵੜ ਕੇ ਲੁਟੇਰੇ $1 ਲੱਖ ਤੋਂ ਵੱਧ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ ਨੇ। ਲੁੱਟਮਾਰ ਦੀ ਇਹ ਘਟਨਾ ਆਕਬਰੁਕ ਦੇ ਲੋਇਸ ਵੇਟਨ ਸਟੋਰ ਦੇ ਵਿੱਚ ਵਾਪਰੀ ਹੈ। ਆਕਬਰੁਕ ਪੁਲਿਸ ਵਿਭਾਗ ਦੇ ਅਨੁਸਾਰ ਲੁਟੇਰਿਆਂ ਦੀ ਗਿਣਤੀ ਘੱਟੋ-ਘੱਟ 14 ਦੱਸੀ ਜਾ ਰਹੀ ਹੈ, ਜਿਨ੍ਹਾਂ ਨੇ ਸਟੋਰ ਦੇ ਵਿੱਚ ਧੱਕੇ ਦੇ ਨਾਲ ਦਾਖਲ ਹੋ ਕੇ ਕੂੜਾ ਕਰਕਟ ਵਾਲੀਆਂ ਬੋਰੀਆਂ ਚੁੱਕੀਆਂ ਤੇ ਉਹਨਾਂ ਦੇ ਵਿੱਚ ਸਮਾਨ ਭਰ ਕੇ ਫਰਾਰ ਹੋ ਗਏ। ਪੁਲਿਸ ਦੇ ਵੱਲੋਂ ਸਟੋਰ ਦੇ ਪ੍ਰਬੰਧਕਾਂ ਦੇ ਕੋਲੋਂ ਲਈ ਗਈ ਵੀਡੀਓ ਦੇ ਵਿੱਚ ਲੁੱਟਮਾਰ ਦੀ ਪੂਰੀ ਘਟਨਾ ਰਿਕਾਰਡ ਹੈ। ਲੁਟੇਰਿਆਂ ਨੇ ਮੂੰਹ ਬੰਨੇ ਹੋਏ ਸਨ। ਜਦੋਂ ਉਹ ਸਟੋਰ ਦੇ ਵਿੱਚ ਦਾਖਲ ਹੋਏ ਤਾਂ ਦੂਸਰੇ ਗਾਹਕ ਹਫੜਾ ਦਫੜੀ ਦੇ ਵਿੱਚ ਬਾਹਰ ਨਿਕਲ ਗਏ। ਪੁਲਿਸ ਮੁਖੀ ਜੇਮਸ ਕਰੂਜ਼ਰ ਅਨੁਸਾਰ ਲੁਟੇਰੇ 3 ਗੱਡੀਆਂ ਦੇ ਵਿੱਚ ਸਵਾਰ ਸਨ ਅਤੇ ਲੁੱਟਮਾਰ ਕਰਨ ਤੋਂ ਬਾਅਦ ਇਹਨਾਂ ਗੱਡੀਆਂ ਦੇ ਵਿੱਚ ਸਮਾਨ ਨਾਲ ਭਰੀਆਂ ਹੋਈਆਂ ਬੋਰੀਆਂ ਲੱਦ ਕੇ ਫਰਾਰ ਹੋ ਗਏ ਨੇ। ਆਕਬਰੁਕ ਸ਼ਿਕਾਗੋ ਦੇ ਪੱਛਮ ਦੇ ਵਿੱਚ ਤਕਰੀਬਨ 25 ਮੀਲ ਦੂਰ ਸਥਿਤ ਹੈ। ਕਰੂਜ਼ਰ ਨੇ ਕਿਹਾ ਹੈ ਕਿ ਉਹ ਵੀਡੀਓ ਤੇ ਹੋਰ ਲੋਕਾਂ ਦੇ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸ਼ੱਕੀ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਯਤਨ ਕਰ ਰਹੇ ਨੇ। ਇਸ ਹਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।